ਧੰਨਵਾਹਿਗੁਰੂ ਸਾਹਿਬ ਜੀਓ। ਦਰਸ਼ਨ ਪਿਆਸੀ ਦਿਨ ਸੁਰਾਤ, ਚਿਤਵਾ ਆਨੰਦਿਨ ਨੀਤ। ਖੋਲ ਕਪਟ ਗੁਰ ਮੇਲਿਆ, ਨਾਨਕ ਹਰ ਸੰਗ ਮੀਤ। ਤੁਮਰੀ ਸ਼ਰਨ ਤੁਮਹਾਰੀ ਆਸਾ, ਤੁਮਹੀ ਸੱਜਣ ਸੋਹਿਲੇ। ਰਾਖੋ ਰਾਖਣ ਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਵਾਹਿਗੁਰੂ ਸਾਹਿਬ ਜੀਓ। ਕਬਿਤ ਬਿਆਥਾਵੰਤੇ ਬੈਦ ਰੂਪ, ਜਾਚਕ ਦਾਤਾਰ ਗਤ ਗਾਹ ਕੇ। ਵਿਆਪਾਰੀ ਹੋਏ ਮਾਤ ਪਿਤਾ ਪੂਤ ਕੋ, ਨਾਰ ਪਰ ਧਾਰ ਬਿਦ ਮਿੱਤਰ ਮਿਤਰਾਈ। ਰੂਪ ਸੁਜਨ ਕੁਟੰਬ ਸਖਾ, ਭਾਈ ਚਾਏ ਸੂਤ ਕੋ। ਲੋਗਨ ਮੈਂ ਲੋਗਾਚਾਰ, ਬੇਦਨ ਮੈਂ ਬੇਦਾਚਾਰ। ਗਿਆਨ ਗੁਰ ਏਕੰਕਾਰ, ਅਵਧੂਤ ਅਵਧੂਤ ਕੋ। ਬਿਰਲ ਬੇਕੀ ਜਨ ਪਰ, ਉਪਕਾਰ ਹੇਤ ਮਿਲਤ ਸਲਲ ਗਤ। ਸਰਬੰਗ ਭੂਤ ਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਸਵਾਰੀ, ਗੁਰੂ ਪਿਆਰੀ, ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਤਿਅੰਤ ਬਖਸ਼ਿਸ਼ ਦੇ ਸਦਕਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤਿੰਨਾਂ ਦੇ ਚਰਨ ਛੋਹ ਪ੍ਰਾਪਤ ਪਾਵਨ ਪਵਿੱਤਰ ਅਸਥਾਨ 'ਤੇ ਜੁੜ ਮਿਲ ਬੈਠ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਦਿਆਂ, ਅਲਾਹੀ ਦਰਗਾਹੀ ਮਾਲਕ ਜੀ ਦੇ ਬਚਨਾਂ ਨੂੰ ਸੁਣਦਿਆਂ, ਆਪਣੇ ਪਰ ਉਤਾਰੇ ਵਾਸਤੇ, ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ, ਜੀਵਨ ਨਿਰਬਾਹ ਵਾਸਤੇ, ਦਿਨ ਔਰ ਸਮਾਂ ਜ਼ਿੰਦਗੀ ਨੂੰ ਸੁਖਿਆਲੇ ਢੰਗ ਦੇ ਨਾਲ ਬਸਰ ਕਰਨ ਵਾਸਤੇ ਦਾਤਾ ਸਾਹਿਬ ਜੀ ਦੀ ਗੋਦ ਅੰਦਰ ਬੈਠ ਕੇ ਉਹਨਾਂ ਦੇ ਬਚਨਾਂ ਦੀ ਚਾਹਨਾ, ਇੱਛਾ, ਮਨ ਅੰਦਰ ਕਾਮਨਾ ਲੈ ਕੇ ਪੁੱਜਦੇ ਹਾਂ। ਕਿਰਪਾਲੂ ਸਤਿਗੁਰੂ ਜੀ ਨੇ ਸਾਨੂੰ ਤਾਰਨ ਵਾਸਤੇ ਜੋ ਕੁਝ ਸੰਸਾਰ ਵਿੱਚ ਆਇਆ ਹੈ, ਸੰਸਾਰ ਨੂੰ ਦਿੱਤਾ ਹੈ, ਪਰਮਾਤਮਾ ਤੋਂ ਵਿਛੜ ਕਰਕੇ ਜੀਵਾਤਮਾਵਾਂ ਸੰਸਾਰ ਵਿੱਚ ਆਈਆਂ ਨੇ, ਜਿੰਨੀਆਂ ਵੀ ਨੇ, ਔਰ ਉਹਨਾਂ ਦਾ ਆਉਣਾ ਪਰਿਪੂਰਨ ਪਰਮਾਤਮਾ ਉਹਨਾਂ ਨੂੰ ਕੁਝ ਨੂੰ ਸੰਸਾਰ ਨੂੰ ਸਫਾਉਣ ਵਾਸਤੇ, ਕੁਝ ਨੂੰ ਜੀਵਨ ਪੰਧ ਮਕਾਉਣ ਵਾਸਤੇ, ਕੁਝ ਨੂੰ ਜਪਣ ਵਾਸਤੇ, ਕੁਝ ਨੂੰ ਜਪਾਉਣ ਵਾਸਤੇ, ਔਰ ਪਾਪ ਉਪਾਪ ਉਪਦਰਵ ਤਸ਼ੱਦਦ
ਤਸ਼ੱਦਦਕਾਰੀਆਂ ਨੂੰ ਸੰਸਾਰ ਤੋਂ ਦੂਰ ਕਰਨ ਵਾਸਤੇ, ਦੂਰ ਹਟਾਉਣ ਵਾਸਤੇ ਭੇਜਦੇ ਨੇ। ਉਹਨਾਂ ਜੀਵਾਤਮਾ ਦਾ ਮਲੰਕਨ ਕਿਵੇਂ ਹੋਵੇ, ਮਿਲਿਆ ਕਿਵੇਂ ਜਾਵੇ, ਦੁੱਖ ਦੂਰ ਕਿਵੇਂ ਹੋਣ। ਮਹਾਰਾਜ ਕਹਿੰਦੇ ਜਿਹਨੂੰ ਮਾਲਕ ਚੇਤੇ ਆਵੇ, ਜਿਹਨੂੰ ਰੱਬ ਚੇਤੇ ਆਵੇ, ਜਿਹਦੀ ਮਦਦ ਤੇ ਰੱਬ ਆ ਜਾਵੇ, ਉਹਦੀ ਕੰਗਾਲਤਾਈ ਚੁੱਕੀ ਜਾਂਦੀ ਹੈ। ਜਿਹਨੂੰ ਰੱਬ ਚੇਤੇ ਆ ਜਾਵੇ, ਉਹਦੀਆਂ ਚਿੰਤਾਵਾਂ ਦੁੱਖ ਦੂਰ ਹੁੰਦੇ ਨੇ। ਮਹਾਰਾਜ ਜੀ ਨੇ ਪਾਵਨ ਬਚਨ ਬਾਣੀ ਅੰਦਰ ਕਹਿਣਾ ਕੀਤੇ, ਗਰੀਬ ਨਵਾਜ਼ ਕਹਿੰਦੇ ਨੇ, ਜਾਕੂ ਮੁਸ਼ਕਲ ਅਤ ਬਣੇ ਢੋਈ, ਕੋਈ ਨਾ ਦੇਹ ਲਾਗੂ ਹੋਏ, ਦੁਸ਼ਮਨਾ ਸਾਕ ਪੇ ਭੱਜ ਖਲੇ, ਭੱਜੈ ਸਭੋ ਆਚਰ ਆਸਰਾ, ਚੁਕੈ ਸਭ ਅਸਰਾਓ, ਚਿਤ ਆਵੈ ਉਸ ਪਾਰ ਬ੍ਰਹਮ, ਲੱਗੇ ਨਾ ਤਤੀ ਵਾਓ। ਤਤੀ ਹਵਾ ਨਹੀਂ ਲੱਗ ਸਕਦੀ ਜੇ ਰੱਬ ਚੇਤੇ ਆਵੇ। ਬਦਕਿਸਮਤੀ ਹੈ, ਸਾਨੂੰ ਭੁੱਲ ਜਾਂਦਾ ਹੈ। ਅਸੀਂ ਕਹਾਂਗੇ ਅਸੀਂ 2 ਵਕਤ ਆਉਣੇ, ਚੇਤੇ ਕਰਦੇ, ਨਿਤਨੇਮ ਕਰਦੇ। ਕਿੰਨਾ ਸਮਾਂ ਨਿਤਨੇਮ ਨੂੰ, ਕਿੰਨਾ ਸਮਾਂ ਸਾਨੂੰ ਚੇਤੇ ਰਹਿੰਦਾ ਹੈ, ਕਿੰਨਾ ਸਮਾਂ ਭੁੱਲਿਆ ਰਹਿੰਦਾ ਹੈ। ਕਿੰਨੇ ਜ਼ਿਆਦਾ ਉਹਦੇ ਵਿੱਚ ਦੁੱਖ ਗੁਸਤਾਖੀਆਂ ਕੀਤੀਆਂ ਨੇ, ਕਿੰਨਿਆਂ ਦਾ ਭਲੇ ਸਮੇਂ ਭਲਾ ਮੰਗਿਆ ਹੈ। ਸਾਡੀ ਤਾਂ ਫਿਦਰਤ ਮਨਾਂ ਦੀ ਇਹ ਬਣ ਚੁੱਕੀ ਏ। ਅਸੀਂ ਬਾਣੀ ਪੜ੍ਹਦੇ ਵੀ ਦੂਜੇ ਦਾ ਬੁਰਾ ਚਿਤਵੀ ਜਾਂਦੇ ਹਾਂ। ਗੁਰਦੁਆਰੇ ਆ ਕੇ ਵੀ, ਗੁਰਦੁਆਰੇ ਆਉਂਦੇ ਜਾਂਦੇ ਵੀ, ਸੇਵਾ ਕਰਦੇ ਸਿਮਰਨ ਕਰਦੇ ਵੀ ਬੁਰਾ ਚਿਤਵੀ ਜਾਂਦੇ, ਫਲਾਣੇ ਦਾ ਨੁਕਸਾਨ ਹੋ ਜਾਵੇ, ਆਹ ਹੋ ਜਾਵੇ। ਤੇ ਰੱਬ ਉਹ ਦਾਤ ਰੱਬ ਤੋਂ ਹੀ ਮੰਗਦੇ ਆ, ਸਾਡੀ ਝੋਲੀ ਵਿੱਚ ਪੈਂਦੀ ਆ, ਅਗਲੇ ਤੱਕ ਬਾਅਦ ਵਿੱਚ ਪਹੁੰਚਦੀ ਏ। ਜੋ ਅਸੀਂ ਮੰਗਿਆ ਔਰ ਅਰਦਾਸਾਂ ਕਰ ਕਰ ਟਰੈਕਟਰ ਲੈ ਲਿਆ, ਗੱਡੀ ਲੈ ਲਈ ਤੇ ਕਿਸੇ ਨੂੰ ਦੇਤੀ ਮੰਗਵੀਂ, ਆਖਰ ਤਾਂ ਉਹਨੇ ਮੁੜ ਕੇ ਸਾਡੇ ਘਰ ਹੀ ਆਉਣਾ ਨਾ। ਤੇ ਜਦੋਂ ਸਾਡੇ ਆਉਂਦੀ ਫਿਰ ਅਸੀਂ ਲਾਟਾਂ ਮਾਰਦੇ। ਜਦੋਂ ਉਹ ਦੁੱਖ ਸਾਡੇ ਘਰੇ ਦਿੱਤਾ ਹੋਇਆ ਦੁੱਖ ਆਉਂਦਾ ਹੈ, ਦਿੱਤਾਈਆਂ ਹੋਈਆਂ ਬਦ ਅਸੀਸਾਂ ਸਾਡੇ ਘਰੇ ਆਉਂਦੀਆਂ ਨੇ, ਉਦੋਂ ਸਾਡੀਆਂ ਚੰਗਿਆੜਾਂ ਨਿਕਲ ਜਾਂਦੀਆਂ। ਇਸ ਕਰਕੇ ਮਹਾਰਾਜ ਕਹਿੰਦੇ ਬੁਰਾ ਨਾ ਕਰ, ਬੁਰੇ ਦਾ ਵੀ ਭਲਾ ਕਰ, ਬੁਰੇ ਨਾਲ ਵੀ ਭਲਾ ਕਰੇਂਗਾ ਸੁਖ ਮਿਲੇਗਾ। ਸੁਖ ਬਾਬਾ ਫਰੀਦ ਸਾਹਿਬ ਨੇ ਬਾਣੀ ਅੰਦਰ ਕਿਹਾ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਤੇਰੀ ਮਨ ਵਿੱਚ ਜਿਵੇਂ ਅਸੀਂ ਬਸਤਰ ਹੰਡਾਉਣੇ ਆ ਨਾ ਪਾ ਕੇ, ਤੇਰਾ ਮਨ ਗੁੱਸੇ ਨੂੰ ਚੱਤੂ ਪੈਰ ਪਹਿਰੀ ਨਾ ਰੱਖੇ, ਧਾਰੀ ਨਾ ਰੱਖੇ, ਗੁੱਸਾ ਮਨ ਨਾ ਹੰਡਾਏ। ਤੇ ਜਦੋਂ ਇਹ ਗੁੱਸੇ ਰੂਪ ਵਸਤਰ ਮਨ ਨੇ ਨਾ ਪਹਿਨਿਆ, ਫਿਰ ਦੇਹੀ ਰੋਗ ਨਾ ਲੱਗਈ। ਇਹ ਤਨ ਨੂੰ ਨਰੋਗੀ ਜੀਵਨ ਜੀਵੇਗਾ, ਦੇਹੀ ਰੋਗ ਨਾ ਲੱਗਈ। ਤੇ ਜੋ ਕੁਝ ਤੂੰ ਚਾਹੁੰਦਾ ਹੈ ਸੰਸਾਰ ਵਿੱਚੋਂ ਭਲੀ ਭਾਂਤ ਪੱਲੇ ਸਭ ਕੁਛ ਪਾਏ, ਇਹ ਕਿਸੇ ਗੱਲ ਤੋਂ ਅਧੂਰਾ ਨਹੀਂ ਰਹੇਗਾ। ਸਾਰੀਆਂ ਕਾਮਨਾਵਾਂ ਵੀ ਪੂਰੀਆਂ ਹੋਣਗੀਆਂ, ਰੱਬ ਵੀ ਮਿਲੇਗਾ। ਪੱਲੇ ਸਭ ਕੁਛ ਪਾਏ, ਫਿਰ ਸਭ ਦਾ ਅਰਥ ਇਹ ਨਹੀਂ ਕਿ ਬਈ ਮੈਨੂੰ ਇੰਨਾ ਕੀ ਕੁਝ, ਜੋ ਕੁਝ ਪਰਮਾਤਮਾ ਨੇ ਬਣਾਇਆ ਤੇਰੀ ਝੋਲੀ ਵਿੱਚ ਪਾ ਦੇਵੇਗਾ। ਅਗਰ ਤੂੰ ਇਹ ਅੰਦਰੋਂ ਪਰਾਈ ਤਾਤ ਜਿਹੜੀ ਹੈ ਨਾ ਉਹਨੂੰ ਖਤਮ ਕਰ, ਜਿਹਦੇ ਅੰਦਰ ਪਰਾਈ ਤਾਤ ਹੈ ਨਾ, ਤੇ ਗੁਰੂ ਬਾਣੀ ਦਾ ਇਹ ਫੈਸਲਾ ਹੈ, ਉਹਦਾ ਭਲਾ ਹੋ ਹੀ ਨਹੀਂ ਸਕਦਾ। ਮੇਰੀ ਤਰ੍ਹਾਂ ਜਿੰਨੀ ਮਰਜ਼ੀ ਬਾਣੀ ਪੜ੍ਹ ਲਵੇ, ਕਹੇ ਜੀ ਮੈਂ ਤਾਂ ਰਹਿਣਾ ਹੀ ਗੁਰੂ ਘਰ ਹਾਂ, ਮੈਂ ਤਾਂ ਗੁਰੂ ਨੂੰ ਹੀ ਸਮਰਪਿਤ ਹਾਂ ਜੀ, ਨਹੀਂ, ਉਹਦਾ ਭਲਾ ਨਹੀਂ ਹੋ ਸਕਦਾ ਜਿਹੜਾ ਭਲਾ ਕਰਦਾ ਨਹੀਂ। ਇਸ ਲਈ ਮਹਾਰਾਜ ਨੇ ਸਾਨੂੰ ਮਾਰਗ ਦੱਸੇ ਬਈ ਇਹਨਾਂ ਤੋਂ ਬਚਣਾ ਕਿਵੇਂ, ਇਹਨਾਂ ਤੋਂ ਦੂਰੀ ਬਣਾਉਣੀ ਕਿਵੇਂ। ਸੁੱਖ ਦਿੱਤਾ ਹੈ ਤੇ ਸੁੱਖ ਮਿਲੇਗਾ, ਦੁੱਖ ਦਿੱਤਾ ਹੈ ਤੇ ਦੁੱਖ ਮਿਲੇਗਾ। ਬਰਖਲਾਫੀ ਕੀਤੀ ਹੈ, ਬਰਖਲਾਫੀ ਮਿਲੇਗੀ। ਭਲਾ ਕੀਤਾ ਭਲਾ ਮਿਲੇਗਾ। ਐਸ਼ਾਈ ਵੱਲ ਨੂੰ ਕਦਮ ਮਿਲੇ ਤੁਰੇ ਨੇ, ਮਨੋ ਤਨੋ ਤੁਰਿਆ ਐਸ਼ਾਈ ਮਿਲੇਗੀ। ਬੁਰਿਆਈ ਵੱਲ ਨੂੰ ਕਦੇ ਤੁਰਿਆ ਤੇ ਤੇਰੇ ਜਿਹੜੀ ਹੈ ਝੋਲੀ ਦੇ ਅੰਦਰ ਬੁਰਿਆਈ ਪਵੇਗੀ, ਹੋਰ ਕੁਝ ਨਹੀਂ ਪਵੇਗਾ। ਮਹਾਰਾਜ ਮਿਹਰ ਕਰਦੇ। ਇਹਦੇ ਤੋਂ ਬਚਣਾ ਕਿਵੇਂ, ਇਹ ਸਾਨੂੰ ਢੰਗ ਤਰੀਕਾ ਭਗਤਾਂ, ਗੁਰੂ ਸਾਹਿਬਾਨਾਂ, ਅਵਤਾਰਾਂ, ਰਿਸ਼ੀਆਂ, ਪੌਕੰਬਰਾਂ ਔਰ ਸੰਤਾਂ, ਗੁਰਸਿੱਖਾਂ ਨੇ ਬਖਸ਼ਿਆ। ਆਪਣੇ ਜੀਵਨ ਦੇ ਝਰੋਖੇ ਦੇ ਵਿੱਚੋਂ ਕਮਾ ਕੇ, ਕਮਾਈ ਵਾਲਿਆਂ ਨੇ, ਉਹਨਾਂ ਵਿੱਚੋਂ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਤਰੁੱਠ ਕਰਕੇ ਗੁਰੂ ਦੇ ਬਚਨਾਂ ਨੂੰ ਜਿਨ੍ਹਾਂ ਨੇ ਕਮਾਇਆ ਧਿਆਇਆ ਆਪਣੇ, ਔਰ ਭਾਈ ਗੁਰਸਿੱਖਾਂ ਲਈ ਔਰ ਸਿੱਖ ਜਗਤ ਲਈ, ਜਿਹੜਾ ਪੜ੍ਹੇ ਇਹਨਾਂ ਗੁਣਾਂ ਦਾ ਧਾਰਨੀ ਹੋਵੇ
ਔਰ ਉਹ ਸਾਨੂੰ ਆਪਣੀ ਰਚਨਾ ਤੋਂ ਉਚਾਰਨ ਕਰਕੇ ਆਪਣੀ ਰਚਨਾ ਦੁਆਰਾ ਕਲਮਬੰਦ ਕਰਕੇ ਦੇ ਗਏ। ਉਹਨਾਂ ਦੀ ਰਚਨਾਵਲੀ ਦੀ ਵਿਚਾਰ ਕਰਦੇ ਹਾਂ, ਕਵਿਤ ਸਵਾਈਆਂ ਦੀ ਵਿਚਾਰ ਕਰ ਰਹੇ ਹਾਂ। ਭਾਈ ਗੁਰਦਾਸ ਸਾਹਿਬ ਕਹਿੰਦੇ ਜਿਹੜਾ ਰੱਬ ਨੂੰ ਸਮਰਪਿਤ ਹੋ ਜਾਂਦਾ ਹੈ, ਰੱਬ ਦੇ ਗੁਣਾਂ ਦਾ ਧਾਰਨੀ ਹੋ ਜਾਂਦਾ ਹੈ, ਜਿਹੜਾ ਰੱਬ ਦੀ ਤਰ੍ਹਾਂ ਹੋ ਜਾਂਦਾ ਹੈ, ਰੱਬ ਭਲਾ ਕਰਦਾ ਉਹ ਭਲਾ ਕਰਦਾ ਹੈ, ਰੱਬ ਮਾੜਾ ਨਹੀਂ ਕਰਦਾ ਉਹ ਮਾੜਾ ਨਹੀਂ ਕਰਦਾ, ਅਛਾਈ ਵੱਲ ਨੂੰ ਤੁਰਦਾ ਹੈ, ਚੰਗੇ ਗੁਣਾਂ ਨੂੰ ਦੇ ਗਾਹਕੀ ਬਣਾਉਂਦਾ ਹੈ, ਉਹਨਾਂ ਦਾ ਮੁੱਲ ਪੈਂਦਾ ਉਹਨੂੰ ਔਰ ਉਹਦੇ ਝੋਲੀ ਵਿੱਚੋਂ ਪਾਉਂਦਾ, ਤੇ ਉਹ ਸਿੱਖ ਉਹੋ ਜਿਹੇ ਗੁਣ ਕਰਨ ਲੱਗ ਪੈਂਦਾ। ਨਹੀਂ ਤਾਂ ਹਰ ਪਾਸੇ ਜਿੱਥੇ ਮਰਜ਼ੀ ਜੀਵਨ 'ਚ ਨਜ਼ਰ ਮਾਰ ਲੈਣੀ, ਮਨੁੱਖ ਕਹਿੰਦਾ ਚੰਗਾ ਤਾਂ ਮੈਂ ਤੇ ਬੁਰਾ ਹੈ ਗਵਾਂਢੀ। ਜਦੋਂ ਕੋਈ ਚੰਗੀ ਗੱਲ ਆਵੇ ਉਦੋਂ ਆਪਣੇ ਤੇ ਜਦੋਂ ਮਾੜੀ ਹੋਵੇ ਉਦੋਂ ਦੂਜੇ ਤੇ ਆਰੋਪ ਦਿੱਤੀ ਜਾਂਦੀ। ਕਹਿੰਦੇ ਨਹੀਂ ਸੱਜਣਾ, ਔਰ ਕੁਝ ਨਾ ਕੁਝ ਤਾਂ ਹੈ, ਕੁਝ ਨਾ ਕੁਝ ਤਾਂ ਹੈ, ਤੂੰ ਉਹਨੂੰ ਖਤਮ ਕਰ ਔਰ ਕਦੇ ਵੀ ਈਰਖਾ ਦੀ ਅਗਨੀ ਵਿੱਚ ਜਲੇਂਗਾ ਨਹੀਂ ਜੇ ਸੁਖ ਚਾਹੇਂਗਾ। ਜਿਹੜਾ ਰੱਬ ਦਾ ਪਿਆਰਾ ਹੈ, ਰੱਬ ਦੇ ਮਾਰਗ ਦਾ ਮੁਤਲਾਸ਼ੀ ਹੈ, ਭਾਈ ਗੁਰਦਾਸ ਸਾਹਿਬ ਕਹਿੰਦੇ ਰੱਬ ਦਾ ਭਗਤ ਹੈ, ਬ੍ਰਹਮ ਦਾ ਗਿਆਤਾ ਹੈ, ਆਪਣੇ ਅੰਦਰ ਨੂੰ ਜਾਣਨਹਾਰਾ। ਅਜੇ ਤਾਂ ਸਾਨੂੰ ਨਾ ਆਪਣੇ ਸਰੀਰ ਬਾਰੇ ਕੋਈ ਨੌਲੇਜ ਨਹੀਂ ਗੀ, ਗੁਸਤਾਖੀ ਮਾਫ। ਉਦੋਂ ਅੱਗੇ ਆ ਜਿਹਨੂੰ ਅਸੀਂ ਆਤਮਾ ਮਨ ਅੰਦਰ ਦੀ ਦੁਨੀਆ ਕਹਿੰਦੇ, ਸਾਨੂੰ ਉਹਦੇ ਬਾਰੇ ਪਤਾ ਕੋਈ ਨਹੀਂ। ਅੰਦਰ ਸਾਡਾ ਬਦਲਾਅ ਵਿੱਚ ਨਹੀਂ ਆਇਆ। ਕਈ ਵਾਰ ਅਸੀਂ ਬਾਹਰੋਂ ਗੁਰੂ ਵਾਲੇ ਬਣ ਗਏ, ਅੰਦਰੋਂ ਨਹੀਂ ਬਣੇ। ਤੇ ਜਿਹਨੂੰ ਪੁੱਛ ਲਓ ਕਹਿੰਦਾ ਜੀ ਮਨ ਹੋਣਾ ਚਾਹੀਦਾ। ਜੀ ਬਾਹਰੋਂ ਕੀ ਲੋੜ ਹੈ, ਮਨ ਹੋਣਾ ਚਾਹੀਦਾ। ਸੀ ਮਨ ਕਰਕੇ ਸਿੱਖਾਂ ਜੀ, ਮਨ ਕਰਕੇ ਭਗਤਾਂ ਜੀ, ਮਨ ਕਰਕੇ ਆ। ਇੱਕ ਧਿਆਨ ਦੇਣਾ, ਸਾਰੇ ਕੁਝ ਖੇਤੀਵਾਨ ਨੇ ਤੇ ਕੁਝ ਕਰਦਿਆਂ ਨੂੰ ਵੇਖਦੇ ਆ, ਨਹੀਂ ਤੇ ਥਿਊਰੀ ਦਾ ਤਾਂ ਸਾਰਿਆਂ ਨੂੰ ਪਤਾ ਹੈ ਨਾ ਕਿ ਬੀਜ ਉਗਵਦਾ ਕਿਵੇਂ। ਜਿਹੜੇ ਬੀਜ ਦੇ ਉੱਪਰ ਛਿਲਕਾ ਨਾ ਹੋਵੇ, ਉਹਨੂੰ ਛਿੱਲ ਕੇ ਚੌਲਾਂ ਦੇ ਦਾਣੇ ਜਿਹੜੇ ਛੜੇ ਹੋਏ ਔਰ ਉਹਨਾਂ ਨੂੰ ਭਾਵੇਂ ਤੁਸੀਂ ਨਾ 3 ਕੁਇੰਟਲ ਇੱਕ ਮਰਲੇ 'ਚ ਪਾ ਦਿਓ, ਇੱਕ ਦਾਣਾ ਨਹੀਂ ਉਗਦਾ। ਚਿੜੀਆਂ ਖਾ ਜਾਣਗੀਆਂ, ਕਬੂਤਰ ਚੁਗ ਜਾਣਗੇ, ਜਨੌਰ ਖਾ ਜਾਣਗੇ, ਪੱਲੇ ਕੁਝ ਨਹੀਂ ਪਏਗਾ। ਤੇ ਜਿਹੜਾ ਕੱਲਾ ਛਿਲਕਾ ਹੈ ਨਾ, ਜਿਹਨੂੰ ਫੋਕ ਕਹਿੰਦੇ, ਕਿੰਨੇ ਕਾਰਖਾਨਿਆਂ 'ਚ ਵੱਡੇ ਵੱਡੇ ਬਾਹਰ ਢੇਰ ਲੱਗੇ ਹੁੰਦੇ ਨਾ, ਜਿੱਥੇ ਕਾਰਖਾਨਿਆਂ ਝੋਨੇ ਦੇ ਚੌਲ ਛੱਡਣ ਵਾਲੇ, ਟਰੱਕਾਂ ਦੇ ਟਰੱਕ ਉਤਰਦੇ, ਟਰੱਕਾਂ ਦੇ ਟਰੱਕ ਉੱਥੋਂ ਨਿਕਲਦੇ, ਉੱਥੇ ਜਾ ਕੇ ਵੇਖਿਓ ਬਾਰ-ਬਾਰ ਉਹ ਫੂਸ ਜਿਹਾ ਪਿਆ ਹੁੰਦਾ ਹੈ। ਤੇ ਉਹ ਭਾਵੇਂ ਤੁਸੀਂ ਟਰੱਕ ਭਰ ਕੇ ਇੱਕ ਕਨਾਲ 'ਚ ਪਾ ਦੇਵੋ, ਤੇ ਉਹਦੇ ਵਿੱਚੋਂ ਵੀ ਇੱਕ ਬੂਟਾ ਨਹੀਂ ਉਗਵਦਾ। ਭਾਵ ਕਿ ਦੋਨੇ ਵੱਖਰੇ ਵੱਖਰੇ ਹੋ ਗਏ। ਚੌਲਾਂ ਦਾ ਬੀਜ ਜਿਹੜਾ ਵਿੱਚ ਦਾਣਾ, ਉਹਨੂੰ ਤੁਸੀਂ ਗਿਣ ਲਓ ਮਨ ਹੈ, ਆਤਮਾ ਹੈ। ਤੇ ਜਿਹੜਾ ਬਾਹਰੋਂ ਛਿਲਕਾ, ਉਹਨੂੰ ਗਿਣ ਲਓ ਲਿਬਾਸ ਹੈ। ਦੋਵੇਂ ਜੁਦੇ ਜੁਦੇ ਕਰ ਦਿੱਤੇ। ਕੋਈ ਕਹੇ ਚੌਲ ਬਹੁਤ ਵਧੀਆ ਹੈ ਤੇ ਮੈਨੂੰ ਉਗਾ ਲੂੰਗਾ, ਕਿਸੇ ਕਦਰ ਵੀ ਨਹੀਂ ਬੀਜ ਨੂੰ ਉਗਾ ਸਕਦਾ ਜੇ ਛਿਲਕਾ ਨਹੀਂ। ਤੇ ਜਿਹੜੇ ਕਹਿੰਦੇ ਨਾ ਕਿ ਸਾਡਾ ਮਨ ਬੜਾ ਚੰਗਾ ਹੈ ਤੇ ਸਾਨੂੰ ਅੰਮ੍ਰਿਤ ਦੀ ਕੀ ਲੋੜ ਹੈ, ਉਹ ਇਕੱਲੇ ਚੌਲ ਚੁੱਕ ਕੇ ਛਿਲਕਾ ਚੁੱਕ ਕੇ ਤੁਰੇ ਫਿਰਦੇ ਨੇ। ਛਿਲਕਾ ਤੇ ਔਰ ਚੌਲ ਕਿ ਮੇਰਾ ਮਨ ਪਵਿੱਤਰ ਤੇ ਉਗਪੂ, ਇਕੱਲੇ ਚੌਲ ਉਗਦੇ ਨਹੀਂ ਹੁੰਦੇ ਜੇ ਬਾਹਰ ਛਿਲਕਾ ਨਹੀਂ, ਬਾਹਰ ਦਾ ਲਿਬਾਸ ਨਹੀਂ, ਅੰਦਰੋਂ ਬੀਜ ਉਪਜਣਾ ਨਹੀਂ। ਜੇ ਕੱਲਾ ਵਾਹਿਗੁਰੂ ਵਾਹਿਗੁਰੂ ਜਪਦੇ ਹੋ ਮਨ ਕਰਕੇ, ਪਤਾ ਹੈ ਬਾਹਰਲਾ ਲਿਬਾਸ ਨਹੀਂ ਦਾਣਾ ਤਾਂ ਵੀ ਨਹੀਂ ਉਗਵਣਾ। ਮੇਰੀ ਤਰ੍ਹਾਂ ਬਾਹਰਲਾ ਲਿਬਾਸ ਪਹਿਨ ਲਿਆ, ਬੜੇ ਅੱਛੇ ਔਰ ਚੰਗੇ ਕਕਾਰ ਵੀ ਪਹਿਨ ਲਏ ਔਰ ਚੰਗੇ ਪਾਸੇ ਨੂੰ ਬਾਹਰੋਂ ਚੱਲ ਵੀ ਪਏ, ਪਰ ਅੰਦਰੋਂ ਮਨ ਨਹੀਂ ਮੰਨਿਆ। ਅੰਦਰ ਮਨ ਦਾ ਨਹੀਂ ਪਤਾ, ਚਿੱਤ ਦਾ ਨਹੀਂ ਪਤਾ ਔਰ ਆਤਮਾ ਦਾ ਕੋਈ ਗਿਆਨ ਨਹੀਂ। ਤੇ ਗੱਲ ਕਰਾਂਗੇ ਜੀ ਅੰਦਰ ਸਾਫ਼ ਹੋਣਾ ਚਾਹੀਦਾ ਹੈ ਸੱਜਣੋ। ਜੇ ਬਾਹਰ ਦਾ ਛਿਲਕਾ ਨਹੀਂ ਤੇ ਉਗਵਣਾ ਤਾਂ ਵੀ ਅੰਦਰਲਾ ਬੀਜ ਨਹੀਂ। ਬਾਣੀ ਹੈ ਔਰ ਜਿਹੜਾ ਹੈ ਅੰਦਰ ਦਾ ਲਿਬਾਸ, ਬਾਣਾ ਆ ਬਾਹਰ ਦਾ ਲਿਬਾਸ, ਦੋਨੇ ਹੋਣਗੇ ਤੇ ਮਾਲਕ ਨੂੰ ਮਿਲਿਆ ਜਾਣਾ ਹੈ। ਫੇਰ ਹੀ ਜਦੋਂ ਔਰ ਦੋਨੇ ਹੋਣਗੇ, ਤਨ ਤੇ ਮਨ ਜੋੜ ਕੇ ਮਾਲਕ ਮਿਲ ਜਾਵੇਗਾ। ਅਗਰ ਨਹੀਂ ਤਾਂ ਨਹੀਂ ਮਿਲਣਾ। ਜਿਨ੍ਹਾਂ ਦਾ ਜੁੜਿਆ, ਪਹਿਲਾਂ ਤਨ ਦੀ ਸੂਝ ਆਈ, ਚੱਲੇ, ਤਨ ਨੂੰ ਸਵਾਰਿਆ, ਫਿਰ ਮਨ ਦਾ ਪਤਾ ਲੱਗਾ, ਮਨ ਨੂੰ ਮਾਲਕ ਵੱਲੇ ਟੋਰਿਆ, ਅੰਦਰੋਂ ਜਪਿਆ। ਜੋ ਕੁਝ ਬਾਹਰ ਧਾਰਮਿਕ ਦਿਸਦੇ ਨੇ ਔਰ ਉਹਨਾਂ ਨੇ ਅੰਦਰ ਧਰਮ ਕਮਾਇਆ ਹੈ,
ਤੇ ਕੁਝ ਉਹ ਨੇ ਜਿਨ੍ਹਾਂ ਨੇ ਬਾਹਰੋਂ ਦਿਖਾਵਾ ਬਣਾਇਆ ਹੈ, ਅੰਦਰ ਧਰਮ, ਅੰਦਰਲੀ ਦੁਨੀਆ ਧਰਮ ਨੇੜੇ ਤੇੜੇ ਨਹੀਂ, ਕੇਵਲ ਮੇਰੀ ਤਰ੍ਹਾਂ ਲਿਬਾਸ ਹੀ ਪਾਇਆ ਹੈ, ਹੋਰ ਕੁਝ ਨਹੀਂ ਪੱਲੇ। ਔਰ ਭਾਈ ਸਾਹਿਬ ਕਹਿੰਦੇ ਉਹ ਵੀ ਨਹੀਂ ਉਗਵਦੇ। ਗੱਲ ਗੁਰਬਾਣੀ ਨੇ, ਗੁਰ ਇਤਿਹਾਸ ਨੇ ਉਹਨਾਂ ਦੀ ਕੀਤੀ ਹੈ, ਕਲਮਬੰਦ ਐਗਜ਼ੰਪਲ ਉਹਨਾਂ ਦੇ ਦਿੱਤੇ ਨੇ ਜਿਨ੍ਹਾਂ ਨੇ ਦੋਨਾਂ ਨੂੰ ਕਮਾਇਆ, ਜਿਨ੍ਹਾਂ ਨੇ ਇੰਦਰੀਆਂ ਨੂੰ ਜਿੱਤ ਕੇ ਵਿਖਾਇਆ, ਜਿੱਤ ਇੰਦਰੀਏ ਬਣੇ ਨੇ, ਜਿਨ੍ਹਾਂ ਨੇ ਭਲਾ ਲੁਕਾਈ ਦਾ ਚਾਹਿਆ ਹੈ, ਜਿਨ੍ਹਾਂ ਨੇ ਅੰਦਰੋਂ ਬੁਰਿਆਈ ਨੂੰ ਮਿਟਾਇਆ ਹੈ, ਗੱਲ ਉਹਨਾਂ ਦੀ ਕੀਤੀ ਹੈ। ਕਹਿੰਦੇ ਭਾਈ ਸਾਹਿਬ ਕਹਿੰਦੇ ਆ ਵਿਅਰਥਵੰਤੇ ਵੈਦ ਰੂਪ ਜਾਚਕ ਦਾਤਾਰ ਗਤ। ਵਿਅਰਥਾ ਜਿਹੜਾ ਹੈ, ਭਾਈ ਸਾਹਿਬ ਕਹਿੰਦੇ ਬਈ ਜਿਵੇਂ ਕੋਈ ਰੋਗੀ ਤੇ ਬੜਾ ਰੋਗ ਨਾਲ ਤੜਫਦਾ ਤੇ ਵੈਦ ਰੂਪ, ਵੈਦ ਕੋਲ ਆ ਜੇ ਤੇ ਵੈਦ ਉਹਦੀ ਨਬਜ਼ ਵੇਖ ਕੇ ਉਹਦਾ ਦੁੱਖ ਸੁਣ ਕੇ ਦਵਾਈ ਦਿੰਦਾ। ਕਹਿੰਦੇ ਪਹਿਲੇ ਰੂਪ ਵਿੱਚ ਆਤਮਾ ਨੂੰ ਜਾਣਨ ਵਾਲਾ, ਸਰੀਰ ਤੋਂ ਅੱਗੇ ਆਪਣੇ ਅੰਦਰ ਨੂੰ ਜਾਣਨਾ, ਆਤਮਾ ਨੂੰ, ਆਤਮਕ ਸਰੂਪ ਹੋਣਾ, ਫਿਰ ਆਤਮਾ ਨੂੰ ਅੱਗੇ ਪਰਮਾਤਮ ਸਰੂਪ ਹੋਣਾ, ਪਰਮਾਤਮ ਸਰੂਪ ਹੋਣਾ, ਪਰਮਾਤਮਾ ਵਿੱਚ ਮਿਲਣਾ। ਗੱਲ ਸਾਨੂੰ ਕਈ ਵਾਰ ਪਤਾ ਆਤਮਾ ਦਾ ਨਹੀਂ, ਪਤਾ ਸਾਨੂੰ ਆਪਣੇ ਅੰਦਰ ਦੀ ਦੁਨੀਆ ਦਾ ਨਹੀਂ, ਪਰ ਮਿਲਦੇ ਸਾਡੇ ਬਾਹਰੋਂ ਜਿਹੜਾ ਜੀਵਨ ਤੇ ਵਿਚਾਰ ਨਹੀਂ ਹੁੰਦੇ, ਤੇ ਗੱਲ ਅਸੀਂ ਰੱਬ ਦੀ ਕਰਨ ਲੱਗ ਜਾਂਦੇ। ਇਹ ਨਹੀਂ ਵੀ ਨਹੀਂ ਕਰਨੀ ਚਾਹੀਦੀ, ਕਰਨੀ ਚਾਹੀਦੀ, ਕੁਝ ਕਮਾਣਾ ਚਾਹੀਦਾ ਹੈ, ਅਬ ਤੁਰਨਾ ਚਾਹੀਦਾ ਹੈ, ਗੱਲ ਕਰਨੀ ਚਾਹੀਦੀ ਹੈ ਔਰ ਅੰਦਰ ਫੁਰਨੀ ਚਾਹੀਦੀ, ਪਰ ਜੋ ਕਹਿੰਦੇ ਆ ਉਹਨੂੰ ਕੁਝ ਨਾ ਕੁਝ ਲੈ ਕੇ ਤੁਰਨ ਦਾ ਯਤਨ ਕਰਾਂਗੇ, ਜੀਵਨ ਫਲੀਭੂਤ ਫੇਰ ਹੋਣਾ ਹੈ। ਮਹਾਰਾਜ ਕਹਿੰਦੇ ਤੈਨੂੰ ਫਲ ਫੇਰ ਲੱਗਣਾ ਹੈ। ਕਹਿੰਦੇ ਜਿਹੜੇ ਗੁਰ ਸਿੱਖ ਆ ਨਾ, ਬ੍ਰਹਮ ਦੇ ਗਿਆਤਾ, ਆਤਮ ਗਿਆਤਾ, ਉਹਨਾਂ ਦੇ ਕੋਲ ਜਦੋਂ ਕੋਈ ਤਨ ਦਾ ਰੋਗੀ, ਮਨ ਦਾ ਰੋਗੀ ਆਉਂਦਾ ਹੈ ਨਾ, ਚੱਲ ਕੇ ਸੰਸਾਰ ਤੋਂ ਉਹਦਾ ਸਫ਼ਰ ਨਿਭਾਉਂਦੇ ਆ, ਦੁਖੀ ਹੋ ਜਾਂਦਾ ਹੈ, ਉਹ ਚੱਲ ਕੇ ਆਉਂਦੇ ਨੇ ਤੇ ਉਹਦੇ ਵਾਸਤੇ ਦੁਖਿਆਰੇ ਦੇ ਫਿਰ ਉਹ ਰੱਬ ਦੇ ਪਿਆਰੇ ਵੈਦ ਰੂਪ ਨੇ। ਜਿਵੇਂ ਵੈਦ ਕੋਲ ਰੋਗੀ, ਡਾਕਟਰ ਕੋਲ ਮਰੀਜ਼ ਚੱਲ ਕੇ ਆਉਂਦਾ ਹੈ ਤੇ ਡਾਕਟਰ ਉਹਦੇ ਤੋਂ ਪੁੱਛਦਾ ਹੈ ਤੇ ਪੁੱਛ ਕੇ ਫਿਰ ਉਹਨੂੰ ਮੈਡੀਸਿਨ ਵਗੈਰਾ ਦਿੰਦਾ ਹੈ। ਇਸੇ ਤਰ੍ਹਾਂ ਉਹ ਗੁਰਸਿੱਖ ਜੁੜੀ ਹੋਈ ਪੁਨਿਆਤਮਾ ਔਰ ਇੱਕ ਰੂਪ ਜਿਹੜਾ ਹੈ ਉਹ ਉਸ ਔਰ ਬਿਰਥਾਵੰਤੇ ਜਿਹੜਾ ਹੈ ਨਾ, ਔਰ ਵਿਅਥਾਵੰਤੇ ਜਿਹੜਾ ਰੋਗੀ ਆ ਉਹਨੂੰ ਪੁੱਛਦਾ ਹੈ। ਆਪਾਂ ਸਾਰੇ ਰੋਜ਼ ਮਹਾਰਾਜ ਦੇ ਕੋਲ ਹੀ ਆਉਣੇ ਆ ਨਾ, ਆ ਕੇ ਪ੍ਰਾਰਥਨਾ ਹੀ ਕਰਦੇ ਨਾ ਜਿਵੇਂ, ਔਰ ਲਾਈਨ ਵਿੱਚ ਲੱਗਾ ਹੋਇਆ ਇੱਕ ਦਵਾਈਕਾਰ ਰੋਗੀ ਨੇ ਦਵਾਈ ਲੈਣ ਵਾਸਤੇ ਇਸ ਗੱਲ ਦੀ ਉਡੀਕ 'ਚ, ਜਦੋਂ ਉਹਦੀ ਵਾਰੀ ਆਉਂਦੀ ਫਿਰ ਡਾਕਟਰ ਅੱਗੇ ਖੋਲ ਦੱਸਦਾ ਮੇਰੇ ਗੋਡੇ ਵੀ, ਮੋਢੇ ਵੀ, ਲੱਤਾਂ ਵੀ, ਜ਼ੁਕਾਮ ਵੀ, ਖੰਘ ਵੀ, ਪਤਾ ਨਹੀਂ ਕੀ ਰੋਗ ਗਨਾਉਂਦਾ। ਤੇ ਆਪਾਂ ਵੀ ਮਹਾਰਾਜ ਅੱਗੇ ਹੱਥ ਜੋੜ ਕੇ ਇਹੀ ਕੁਝ ਕਰਦੇ, ਆਪਣੇ ਰੋਗ ਗਵਾਉਣੇ ਕਿ ਮੇਰਾ ਇਹ ਵੈਦ ਮੈਨੂੰ ਰਾਹ ਦੱਸੇ, ਮੈਨੂੰ ਇਹਦੀ ਦਵਾਈ ਦੱਸੇ। ਫਿਰ ਗੁਰੂ ਬੋਲ ਕੇ ਬਾਣੀ ਦਾ ਕੀਰਤਨ ਦੁਆਰਾ, ਕਥਾ ਦੁਆਰਾ ਔਰ ਗੁਰਮਤਿ ਦੁਆਰਾ ਸਾਨੂੰ ਦਰਸਾਉਂਦਾ ਹੈ। ਹੁਣ ਕੁਝ ਪਰਹੇਜ਼ ਡਾਕਟਰ ਦੱਸਦਾ ਹੈ, ਕੋਈ ਦਵਾਈ ਦਿੰਦਾ ਹੈ। ਅਗਰ ਦਵਾਈ ਕੱਲੀ ਲੈ ਲਓ, ਪਰਹੇਜ਼ ਨਾ ਕਰੋ, ਰੋਗ ਤਾਂ ਵੀ ਨਹੀਂ ਜਾਂਦਾ। ਕੱਲੇ ਪਰਹੇਜ਼ ਕਰੋ, ਦਵਾਈ ਨਾ ਲਓ, ਤੇ ਯਾਦ ਰੱਖੇ ਰੋਗ ਤਾਂ ਵੀ ਨਹੀਂ ਜਾਂਦਾ। ਦੋਨਾਂ ਦਾ ਇਸਤੇਮਾਲ ਕਰਨਾ ਪਏਗਾ, ਦੋਨਾਂ ਦਾ। ਗੁਰੂ ਸਾਨੂੰ ਕੁਝ ਬਾਹਰੀ ਤੌਰ ਤੇ ਤਿਆਗਣ ਨੂੰ ਕਹਿੰਦਾ ਹੈ, ਛੱਡਣ ਨੂੰ ਕਹਿੰਦਾ ਹੈ। ਸਾਥ, ਸਭਾਵਾਂ, ਸਭਾ ਆਦਿ ਔਰ ਬੈਠਕਾਂ, ਖਾਣਾ ਪਹਿਨਣਾ, ਆਉਣਾ ਜਾਣਾ, ਤੇ ਕੁਝ ਗ੍ਰਹਿਣ ਕਰਨ ਨੂੰ ਕਹਿੰਦਾ ਹੈ, ਤੇ ਨਾਲ ਦਵਾਈ ਦਿੰਦਾ ਹੈ ਨਾਮ ਦੀ, ਇਹਨੂੰ ਜਪ ਤੇ ਭਲਾ ਹੋਵੇਗਾ। ਉਹ ਰੱਬ ਦਾ ਪਿਆਰਾ ਉਸ ਰੋਗੀ ਦੇ ਅੰਦਰੂਨੀ ਰੋਗ ਦੂਰ ਕਰਨ ਵਾਸਤੇ ਔਰ ਜਿਹੜਾ ਆ ਔਰ ਵੈਦ ਰੂਪੇ ਗੁਰੂ ਜਦੋਂ ਗੁਰੂ ਕੋਲ ਆਏ, ਗੁਰੂ ਵੈਦ ਰੂਪੇ ਮੇਰਾ ਵੈਦ ਗੁਰੂ ਗੋਬਿੰਦਾ, ਔਰ ਉਹਦੇ ਕੋਲ ਆਏ ਤੇ ਕਹਿੰਦੇ ਜਾਚਕ ਦਾਤਾਰ ਗਤ। ਇੱਥੇ ਗੱਲ ਬ੍ਰਹਮ ਗਿਆਤੇ ਦੀ, ਰੱਬ ਨਾਲ ਜੁੜੇ ਦੀ ਕੀਤੀ ਜਾ ਰਹੀ ਬਹੁਤਾਤ ਅੰਦਰ। ਬਈ ਉਹ ਵੈਦ ਰੂਪ ਹੈ ਤੇ ਅੱਗੇ ਜਿਹੜਾ ਫਿਰ ਜਾਚਕ ਆਉਂਦਾ, ਕੋਈ ਝੋਲੀ ਅੱਡ ਕੇ ਮਹਾਰਾਜ ਘਰੇ ਧਨ ਕੋਈ ਨਹੀਂ, ਕੰਗਾਲਤਾਈ ਨਾਲ ਜੀਵਨ ਜਿਹੜਾ ਹੈ ਕੰਗਾਲ ਹੋਇਆ ਪਿਆ ਹੈ। ਮਹਾਰਾਜ ਫਸਲਵਾੜੀ ਚੱਜਦੀ ਨਹੀਂ ਹੁੰਦੀ, ਮਹਾਰਾਜ ਕਾਰੋਬਾਰ ਨਹੀਂ ਢੰਗ ਦਾ ਚੱਲਦਾ, ਗੱਲ ਤਾਂ ਧਨ ਦੀ ਆ। ਜਾਚਕ ਕੋਈ ਪੁੱਤਰ ਦੀ ਸੁੱਖ, ਕੋਈ ਪੁੱਤਰ ਦੀ ਦਾਤ, ਕੋਈ ਧੀ ਦੀ, ਕੋਈ ਪਰਿਵਾਰ ਦੀ, ਕੋਈ ਕਾਰੋਬਾਰ ਦੀ ਚੜ੍ਹਾ ਦੀ। ਜਾਚਕ ਚੜ੍ਹਦੀ ਕਲਾ ਵਾਸਤੇ ਹੋਵੇ ਸਾਰਾ ਕੁਝ।
ਉਹ ਕੀ ਹੈ? ਜਾਚਕ ਮੰਗਣਹਾਰਾ। ਕਹਿੰਦੇ ਉਹਦੇ ਵਾਸਤੇ ਫਿਰ ਦਾਤਾਰ ਦੇਣ ਵਾਲਾ ਦਾਤਾ ਬਣ ਜਾਂਦਾ ਹੈ। ਉਹਨੂੰ ਕਹਿੰਦਾ ਗੁਰੂ ਕਿਰਪਾ ਕਰੇਗਾ, ਗੁਰੂ ਰਹਿਮਤ ਕਰੇਗਾ, ਗੁਰੂ ਗੁਰੂ ਜਪੀ। ਉਹ ਜਿਵੇਂ ਵੈਦ ਕਹਿੰਦਾ ਨਾ ਆਹ ਦਵਾਈ ਖਾਈ, ਉਹ ਦੱਸਦਾ ਐਉਂ ਜਪੀ ਤੇ ਜੁੜ ਜਾਵੇਂਗਾ। ਉਹਦੇ ਲਈ ਉਹੋ ਜਿਹੀ ਹਾਲਤ ਵਿੱਚ ਉਹਨੂੰ ਜਪਣ ਲਾਉਂਦਾ, ਉਹਨੂੰ ਜੁੜਨ ਲਾਉਂਦਾ, ਉਹਨੂੰ ਤੁਰਨ ਲਾਉਂਦਾ, ਉਹਨੂੰ ਸੰਸਾਰ ਵੱਲੋਂ ਨਿਰੰਕਾਰ ਵੱਲ ਨੂੰ ਮੁੜਨ ਲਾਉਂਦਾ ਹੈ। ਉਸ ਪਾਸੇ ਨੂੰ ਚੱਲਦਾ ਹੈ ਤੇ ਸੁੱਖ ਮਿਲਦਾ ਹੈ। ਗਾਹਕ ਹੈ ਵਿਆਪਾਰੀ ਹੋਏ, ਤੇ ਗਾਹਕ ਹੈ ਗਾਹਕ, ਗਾਹਕ ਆ ਗਏ। ਗਾਹਕ ਕੋਈ ਦੁਕਾਨ ਲਾ ਕੇ ਬੈਠਾ, ਹੁਣ ਗਾਹਕ ਮੱਝਾਂ ਗਾਵਾਂ ਦੇ ਵੀ, ਗਾਹਕ ਟਰੈਕਟਰ ਟਰਾਲੀਆਂ ਦੇ ਵੀ, ਵਹੀਕਲਾਂ ਦੇ ਵੀ ਏ, ਤੇ ਗਾਹਕ ਫਸਲਾਂ ਦੇ ਵੀ ਏ, ਗਾਹਕ ਜ਼ਮੀਨ ਆਦਿ ਔਰ ਭੋਏ ਭਾਂਡੇ ਦੇ ਵੀ ਨੇ। ਤੇ ਗਾਹਕ ਇੱਕ ਗਾਹਕ ਉਹ ਨੇ ਜਿਹਨੂੰ ਮਹਾਰਾਜ ਨੇ ਬਾਣੀ ਅੰਦਰ ਕਿਹਾ ਹੈ, ਕਹਿਣ ਲੱਗੇ ਕਬੀਰ ਰਾਮ ਰਤਨ ਮੁਕੋਥਰੀ, ਪਾਰਖ ਆਗੈ ਖੋਲ, ਕੋਈ ਆਏ ਮਿਲੇ ਗੋ ਗਾਹਕੀ, ਲੈ ਗੋ ਮਹਿੰਗੇ ਮੋਲ। ਮਹਿੰਗੇ ਮੁੱਲ ਵਿੱਚ ਵਿਕ ਜਾਣਗੇ ਤੇਰੇ, ਮਹਿੰਗੇ ਮੁੱਲ ਵਿੱਚ ਜੇ ਗਾਹਕ ਹੋਵੇ। ਔਰ ਜੇ ਗਾਹਕ ਨਾ ਹੋਵੇ, ਵਿਨ ਗਾਹਕ ਗੁਣ ਵੇਚੀਐ, ਤੋ ਗੁਣ ਸਹਿ ਗੋ ਜਾਏ। ਔਰ ਅਜ਼ਾਈ ਗੁਣ ਚਲਾ ਜਾਂਦਾ ਹੈ, ਰੱਬ ਦਾ ਬੋਲ ਅਜ਼ਾਈ ਚਲਾ ਜਾਂਦਾ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਆ, ਜੇ ਕੋਈ ਵਪਾਰੀ ਬਣ ਕੇ ਆ ਜਾਵੇ, ਖਰੀਦਦਾਰ ਬਣ ਕੇ ਆ ਜਾਵੇ। ਕਈ ਵਾਰ ਤੁਹਾਡੇ ਜੀਵਨ ਵਿੱਚ ਵੀ ਆਇਆ, ਮੇਰਾ ਵੀ ਤਜਰਬਾ ਹੁੰਦਾ ਜਾਂਦਾ ਹੈ। ਕਈ ਵਾਰ ਨਾ ਗੁਰਮਤਿ ਦੀ ਗੱਲ ਕਰੀਏ, ਕਿਉਂਕਿ ਸੁਭਾਅ ਹੁੰਦਾ ਹੈ ਵਿਚਾਰਕਾਂ ਦਾ, ਉਹਨਾਂ ਦੇ, ਕਿਉਂਕਿ ਪ੍ਰਮਾਣ ਵੀ ਵਿਚਾਰਕਾਂ ਦੇ ਗੁਰਬਾਣੀ ਦੇ ਇਤਿਹਾਸ ਦੇ ਐਸੇ ਐਗਜ਼ਾਮਪਲ ਹੁੰਦੇ ਨੇ। ਤੇ ਸੰਸਾਰੀ ਵੱਧ ਤੋਂ ਵੱਧ ਕਈ ਵਾਰ ਨਾ ਪ੍ਰਮਾਣ ਦੇ ਕੇ ਗੱਲ ਕਰਨਗੇ, ਮੈਂ ਸੁਣਦਾ ਰਹਿਣਾ, ਤੁਸੀਂ ਵੀ, ਉਹ ਗੀਤ ਦੀ ਗੱਲ ਕਰਨਗੇ। ਉਹ ਗੀਤ, ਮੈਂ ਉਹਨੂੰ ਆਖਿਆ ਵੀ ਇਹ ਗੀਤ ਹੈ ਇਸ ਤਰ੍ਹਾਂ, ਤੂੰ ਅੰਦਰ ਬਾਣੀ ਨਾਲ ਜੁੜ ਔਰ ਗੁਰਬਾਣੀ ਵੱਲ ਨੂੰ ਤੁਰ। ਤੇ ਕਈ ਵਾਰ ਤੁਸੀਂ ਗੁਰਮਤਿ ਦੀ ਗੱਲ ਸੁਣਾਉਣ ਲੱਗ ਜਾਓ, ਸ਼ਬਦ ਦੀ ਜਾਂ ਗੁਰਮਤਿ ਦੀ ਵਿਚਾਰ ਜਾਂ ਸਾਕਾਰਤ ਵਿਚਾਰਾਂ ਸੁਣਾਉਣ ਲੱਗ ਜਾਓ, ਤੇ ਦੂਜਾ ਜਿਹੜਾ ਕੋਲ ਬੈਠਾ ਹੋਵੇਗਾ ਨਾ, ਉਹ ਐਸਾ ਨਾਸ ਮਾਰੇਗਾ ਗੱਲ ਦਾ, ਬਈ ਉਹਨੇ ਹੋਰ ਹੀ ਵਿੱਚ ਨਾ ਚੁਟਕਲਾ ਛੱਡ ਦੇਣਾ, ਸ਼ੋਸ਼ਾ ਛੱਡ ਦੇਣਾ, ਘੁੰਮ ਘੁਮਾ ਕੇ 3 ਮਿੰਟਾਂ ਬਾਅਦ ਕਹੇਗਾ ਤੁਸੀਂ ਕੁਝ ਕਹਿ ਰਹੇ ਸੀ, ਵੀ ਹੁਣ ਤਾਂ ਉਹਦੇ 'ਚ ਕਹਿਣ ਵਾਲਾ ਕੁਝ ਰਿਹਾ ਹੀ ਨਹੀਂ, ਸਾਰੀ ਔਰ ਬਣੀ ਬਣਾਈ ਗੱਲ ਤੂੰ ਉਜਾੜ ਦਿੱਤੀ, ਤੋੜ ਦਿੱਤੀ, ਮਰੋੜ ਦਿੱਤੀ। ਇਸ ਤਰ੍ਹਾਂ ਉਹ ਇਹਦਾ ਮਤਲਬ ਕਿ ਉਹ ਗਾਹਕ ਨਹੀਂ। ਜਿਹੜਾ ਗਾਹਕ ਹੋਵੇ ਨਾ ਗੁਰਮਤਿ ਦਾ, ਗਿਆਨ ਦਾ, ਪ੍ਰਭੂ ਦੇ ਵਿਚਾਰ ਦਾ, ਕਥਾ ਦਾ, ਕੀਰਤਨ ਦਾ, ਬਾਣੀ ਦਾ, ਉਹ ਦੂਜੀ ਗੱਲ ਨਹੀਂ ਕਰਦਾ। ਕਹਿੰਦਾ ਨਹੀਂ, ਉਹ ਤਾਂ ਰੋਜ਼ ਹੀ ਹੁੰਦੀਆਂ, ਇਹਨੂੰ ਪਹਿਲਾਂ ਸੁਣ ਲਓ, ਸ਼ਾਇਦ ਸਾਡੇ ਕੁਝ ਪੱਲੇ ਪੈ ਕੇ ਜੀਵਨ ਵਿੱਚ ਬਦਲਾਓ ਆ ਜਾਵੇ। ਕਹਿੰਦੇ ਜਿਹੜੇ ਐਸੇ ਵਪਾਰੀ ਨੇ, ਤੇਰਾ ਨਾਮ ਵਖਰ ਵਪਾਰ ਜੀ, ਤੇਰਾ ਨਾਮ ਔਰ ਜਿਹੜਾ ਵਖਰ ਸੌਦਾ ਹੈ ਤੇ ਅਰਥੀ ਵਪਾਰ ਕਰਨਾ। ਕਹਿੰਦੇ ਉਹ ਜਿਹੜੇ ਆ ਆਉਂਦੇ ਨੇ ਵਪਾਰੀ ਬਣ ਕੇ, ਤੇ ਉਹਨੂੰ ਗੁਰੂ ਦਾ ਸਿੱਖ, ਗੁਰੂ ਦਾ ਪਿਆਰਾ, ਸਾਧੂ ਜਨ, ਸੰਤ ਜਨ, ਰੱਬ ਨਾਲ ਜੋੜਨ ਵਾਲੀ ਹਾਰੀ ਆਤਮਾ ਜਾਣ ਲੈਂਦੇ ਨੇ ਬਈ ਇਹ ਗਾਹਕ ਏ, ਇਹ ਜਗਿਆਸੂ ਆ, ਇਹਨੂੰ ਕੁਝ ਦੇਣਾ, ਔਰ ਉਹਦੇ ਨਾਲ ਆਦਾਨ ਪ੍ਰਦਾਨ ਫਿਰ ਕਰਦੇ ਨੇ। ਉਹ ਅੱਗੋਂ ਉਹਨਾਂ ਬਚਨਾਂ ਨੂੰ, ਗੁਰੂ ਦਿਆਂ ਨੂੰ, ਗੁਰਮਤਿ ਦਿਆਂ ਨੂੰ, ਗਿਆਨ ਦਿਆਂ ਨੂੰ ਹਿਰਦੇ ਵਿੱਚ ਪਾਉਂਦਾ ਹੈ। ਔਰ ਉਹਦੇ ਵੱਟੇ ਦੇਣਾ ਕੀ ਏ? ਆਪਣਾ ਸਮਾਂ ਦੇਣਾ ਕੀ ਏ? ਔਰ ਤਿਆਗ, ਜਿੱਧਰੋਂ ਸਾਨੂੰ ਰਹਿਤ ਹੋਣ ਵਾਸਤੇ ਕਿਹਾ ਹੈ, ਔਰ ਜੋ ਕੁਝ ਗ੍ਰਹਿਣ ਕਰਨ ਨੂੰ ਕਿਹਾ ਉਹਨੂੰ ਗ੍ਰਹਿਣ ਕਰਨਾ। ਕਹਿੰਦੇ ਉਹ ਉਹਦੇ ਲਈ ਗਾਹਕ ਦੀ ਨੁਮਾ ਆਇਆ। ਮਾਤ ਪਿਤਾ ਪੂਤ ਕੋ, ਕਹਿੰਦੇ ਕਿਸ ਤਰ੍ਹਾਂ ਪਿਆਰ? ਜਿਵੇਂ ਪੁੱਤਰ ਮਾਂ ਨੂੰ ਤੇ ਮਾਂ ਦਾ ਪੁੱਤਰ ਨਾਲ ਪਿਆਰ ਹੁੰਦਾ ਹੈ ਨਾ, ਔਰ ਪਿਤਾ ਪੁੱਤਰ ਦਾ ਪਿਆਰ ਹੁੰਦਾ ਹੈ, ਕਹਿੰਦੇ ਐਉਂ ਪਰਮਾਤਮਾ ਵੀ ਔਰ ਉਹ ਮਹਾਤਮਾ ਸ਼ੁੱਧ ਆਤਮਾ ਵੀ ਆਏ ਹੋਏ ਗੁਰੂ ਨਾਲ ਪਿਆਰ ਕਰਨ ਵਾਲਿਆਂ ਨੂੰ, ਉਸ ਮਾਰਗ ਦੇ ਮੁਤਲਾਸ਼ੀਆਂ ਨੂੰ ਪ੍ਰੇਮ ਸਹਿਤ, ਜਿਵੇਂ ਮਾਂ ਬਾਪ ਬੱਚੇ ਨੂੰ ਪ੍ਰੇਮ ਨਾਲ ਸਿੱਖਿਆ ਦਿੰਦੇ ਨੇ, ਤੇ ਕਿਤੇ ਕਰੜਾ ਵੀ ਬੋਲਣ ਉਹਦੇ ਵਿੱਚ ਉਹਦਾ ਭਲਾ ਹੁੰਦਾ ਹੈ, ਨਾ ਕਿ ਉਹਦਾ ਬੁਰਾ। ਬੱਚਿਆਂ ਨੂੰ ਕਈ ਵਾਰ ਲੱਗਦਾ ਹੈ, ਆਪਾਂ ਵੀ ਇਸ ਜ਼ਿੰਦਗੀ ਦੇ ਵਿੱਚ ਦੀ ਨਿਕਲ ਕੇ ਗਏ ਹਾਂ, ਤੇ ਬੱਚਿਆਂ ਨੂੰ ਐ ਹੁੰਦਾ ਵੀ ਮਾਂ ਬਾਪ ਤਾਂ ਮੇਰੇ ਦੁਸ਼ਮਣ,
ਇਹਨਾਂ ਨੂੰ ਕੀ ਪਤਾ, ਮੇਰੇ ਮਿੱਤਰਾਂ ਨੂੰ ਰੋਕਦੇ, ਮੇਰੇ ਦੋਸਤਾਂ ਨੂੰ ਰੋਕਦੇ ਆ, ਔਰ ਸਾਨੂੰ ਬੈਠਣ ਉੱਠਣ ਤੋਂ ਰੋਕਦੇ, ਇਹਨਾਂ ਨੂੰ ਕੀ ਪਤਾ। ਮੈਨੂੰ ਪਤਾ ਨਹੀਂ ਗੁਰਮੁਖੋ, ਉਹਨਾਂ ਨੇ ਉਸ ਜ਼ਿੰਦਗੀ ਦੇ ਵਿੱਚੋਂ ਨਿਕਲ ਕੇ ਗਏ। ਜਿਹੜੀਆਂ ਕਿਤਾਬਾਂ ਗਿਆਨ ਦੀਆਂ ਇਹਨਾਂ ਪੁਸਤਕਾਲ ਮੁਬਾਰਕਬਾਦ ਹੈ, ਪ੍ਰੈਕਟੀਕਲ ਜੀਵਨਾਂ ਦੇ ਵਿੱਚ ਹੋਣਾ ਹੈ। ਇਹ ਬਣੇ ਬਣਾਏ ਪ੍ਰੈਕਟੀਕਲ ਪੁਸਤਕਾਂ ਨੇ, ਗ੍ਰੰਥ ਨੇ। ਗਿਆਨ ਕਰਕੇ ਵੀ, ਸੰਸਾਰ 'ਚ ਵਿਚਰਨ ਕਰਕੇ ਵੀ, ਵਰਤੋਂ ਵਿਵਹਾਰ ਕਰਕੇ ਵੀ ਇਹਨਾਂ ਕੋਲ ਤਜਰਬਾ ਹੈ। ਕਿਹੜੇ ਮੋੜ ਤੋਂ ਬਚਿਆ ਜਾਵੇ, ਕਿਸ ਪਾਸੇ ਨੂੰ ਤੁਰਿਆ ਜਾਵੇ। ਕਹਿਣ ਲੱਗੇ ਉਹ ਮਾਂ ਬਾਪ ਪੁੱਤਰ ਦੀ ਤਰ੍ਹਾਂ ਔਰ ਪ੍ਰੇਮ ਕਰਦਾ ਹੈ, ਤੇ ਜਿਹੜਾ ਹੈਗਾ ਸ਼ਿਸ਼ ਸ਼ੌਗਿਰਦ ਆਇਆ ਹੋਇਆ ਆਸ ਲੈ ਕੇ, ਉਹ ਪੁੱਤਰ ਧੀ ਦੀ ਤਰ੍ਹਾਂ, ਗੁਰੂ ਮਾਤਾ ਪਿਤਾ ਦੀ ਤਰ੍ਹਾਂ ਉਹਦੇ ਨਾਲ ਸਨੇਹ ਕਰਦਾ ਹੈ। ਜਿਵੇਂ ਮਾਤਾ ਪਿਤਾ ਆਪਣੇ ਬੱਚੇ ਜਾਂ ਬੱਚੀ ਦਾ ਬੁਰਾ ਨਹੀਂ ਚਾਹੁੰਦੇ, ਗੁਰੂ ਕਦਾਚਿਤ ਵੀ ਉਹਦਾ ਬੁਰਾ ਨਹੀਂ ਚਾਹੁੰਦਾ। ਭਾਈ ਸਾਹਿਬ ਕਹਿੰਦੇ ਨਾਰ ਪਧਰ ਬਿਦ ਮਿੱਤਰ ਮਿੱਤਰਾਈ ਰੂਪ। ਕਹਿਣ ਲੱਗੇ ਜਿਵੇਂ ਔਰ ਪਤਨੀ ਦਾ ਪਤੀ ਸਾਹਿਬ ਵਾਸਤੇ ਸਨੇਹ ਔਰ ਬਿਦ, ਇਸੇ ਤਰੀਕੇ ਨਾਲ ਮਿੱਤਰ ਮਿੱਤਰਾਈ, ਜਿਵੇਂ ਮਿੱਤਰ ਆਪਣੀ ਮਿੱਤਰਾਈ, ਆਪਣੀ ਮਿੱਤਰਤਾਈ ਨਿਭਾਉਂਦਾ ਹੈ, ਕਦੇ ਵੀ ਦੂਰ ਨਹੀਂ ਹੁੰਦਾ, ਤੇ ਦੁੱਖ ਵੇਲੇ ਉਹ ਨਾਲ ਖੜਾ ਹੁੰਦਾ ਹੈ। ਮਿੱਤਰ ਅਸਲ 'ਚ ਉਹ ਹੁੰਦੇ ਨੇ ਗੁਰਸੰਗਤ ਜੀ, ਜਿਹੜੇ ਦੁੱਖ ਵੇਲੇ ਖਲੋਣ। ਮਿੱਤਰ ਉਹ ਨਹੀਂ ਕਿ ਜਦੋਂ ਸਾਡੇ ਘਰੇ ਸ਼ਹਿਨਾਈਆਂ ਵੱਜਦੀਆਂ ਨੇ, ਬਹੁਤ ਕੁਝ ਆ, ਤੇ ਉਦੋਂ ਨਾਲ ਖਲੋਣ, ਉਹ ਮਿੱਤਰ ਨਹੀਂ ਹੁੰਦੇ। ਉਹ ਕੇਵਲ ਪਿਆਲੇ ਦੇ ਯਾਰ ਹੁੰਦੇ ਨੇ। ਜਿੰਨਾ ਚਿਰ ਖਵਾਓ ਪਿਆਓ ਉਹਨਾਂ ਚਿਰ ਨਾਲ ਚੱਲਣਗੇ, ਦੁੱਖ ਸੁੱਖ ਪੁੱਛਣਗੇ। ਔਰ ਮਿੱਤਰ ਉਹ ਆ ਜਿਹੜਾ ਦੁੱਖ ਵੇਲੇ ਤੁਹਾਡੀ ਖੈਰੀਅਤ ਪੁੱਛੇ, ਤੁਹਾਡੇ ਨਾਲ ਬੇਸ਼ੱਕ ਉਹ ਬੋਲਾਂ ਕਰਕੇ ਚੱਲੇ, ਤੇ ਬੇਸ਼ੱਕ ਉਹ ਕਦਮਾਂ ਕਰਕੇ ਚੱਲੇ, ਬੇਸ਼ੱਕ ਉਹ ਧਨ ਕਰਕੇ ਚੱਲੇ, ਬੇਸ਼ੱਕ ਤੁਹਾਡੇ ਨਾਲ ਖਲੋ ਜਾਵੇ। ਕਹਿੰਦੇ ਮਿੱਤਰ ਉਹ ਆ, ਉਹਨਾਂ ਨੂੰ ਨਾ ਗਿਣੋ, ਬੇਸ਼ੱਕ ਉਹ ਕਿਸੇ ਰੂਪ ਵਿੱਚ ਵੀ ਹੋਣ, ਜਿਹੜੇ ਕੇਵਲ ਸੁੱਖ ਵੇਲੇ ਤੁਹਾਡੀ ਬਾਤ ਪੁੱਛਦੇ ਨੇ। ਹੁਣ ਦਾ ਜੋਗੇ ਹੁਣ ਚਲਾ ਲਓ, ਫੋਨ ਕਰਦੇ ਨੇ ਬੜੇ ਸੁੱਖਾਂ ਦੇ ਵੇਲੇ, ਤੇ ਜਦੋਂ ਬਿਪਤਾ ਪੈਂਦੀ ਉਦੋਂ ਕੋਈ ਵਿਰਲਾ ਹੀ ਹੁੰਦਾ। ਉਦੋਂ ਡੀਕਦੇ ਰਹੀਦਾ ਵੀ ਕਿਸੇ ਦਾ ਫੋਨ ਆਇਆ ਨਹੀਂ, ਕਿਸੇ ਨੇ ਪੁੱਛਿਆ ਨਹੀਂ। ਤੇ ਮਹਾਰਾਜ ਜੀ ਨੇ ਤਾਂ ਪਹਿਲੇ ਹੀ ਬਚਨ ਇਹ ਕਹੇ, ਇਹੋ ਕੁਝ ਸਾਨੂੰ ਸਮਝਾਇਆ ਕਿ ਬਿਪਤ ਪਰੀ ਸਭ ਹੀ ਸੰਗ ਛਾਡਤ, ਕੋ ਨਾ ਆਵਤ ਨੀਰੈ। ਕੋਈ ਲਾਗੇ ਨਹੀਂ ਜੇ ਆਉਂਦਾ ਬਿਪਤਾ ਵੇਲੇ। ਕਹਿੰਦੇ ਉਹ ਮਿੱਤਰਤਾਈ ਨਿਭਾਉਂਦੇ ਨੇ। ਤੇ ਮਹਾਰਾਜ ਵੀ ਕਹਿੰਦੇ ਜੇ ਤੂੰ ਮਿੱਤਰ ਆ ਸਾਡੜਾ, ਇੱਕ ਭੂਰੀ ਨਾ ਵੀ ਛੋੜ। ਜੇ ਤੂੰ ਮਿੱਤਰ ਹੈ ਨਾ ਮਾਲਕਾ ਮੇਰਾ, ਤੇ ਇੱਕ ਰਤਾ ਭਰ ਵੀ ਸਾਨੂੰ ਦੂਰ ਨਾ ਕਰ, ਤੂੰ ਸਾਡੇ ਨਾਲ ਰਹਿ। ਤੇ ਉਸੇ ਮਿੱਤਰ ਨੂੰ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਇੱਕ ਸੁਨੇਹਾ ਭੇਜਿਆ, ਔਰ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਮੁਰੀਦ ਦਾ ਅਰਥ ਸ਼ਾਗਿਰਦ, ਚੇਲਾ। ਔਰ ਸਾਡਾ ਹਾਲਾਤ ਉਹਨੂੰ ਦੱਸਣਾ ਕਿ ਜੇ ਮਹਾਰਾਜ ਤੂੰ ਸੁਖ ਦਿੱਤਾ ਸੀ, ਔਰ ਜੇ ਮਹਾਰਾਜ ਨੇ ਬਚਨ ਕਹੇ ਸੀ ਨਾ, ਜੇ ਸੁਖ ਦੇਤਾ ਤੁਝੇ ਅਰਾਧੀ, ਸੁਖ ਦਿੱਤਾ ਆਨੰਦਪੁਰੀ ਦੇ ਅੰਦਰ ਬਹੁਤ ਕੁਝ। ਹਾਥੀ ਘੋੜੇ ਵੀ ਆਏ, ਫੌਜਾਂ ਵੀ ਆਈਆਂ, ਸਿੱਖ ਵੀ ਆਏ, ਮਖਮਲੀ ਪਲੰਗ ਵੀ ਆਏ, ਵਿਛਾਉਣੇ ਵੀ ਵਿਛਾਏ, ਆਨੰਦਪੁਰੀ ਦੇ ਵਿੱਚ ਆਨੰਦ ਮਾਣੇ। ਮਹਾਰਾਜ ਉਦਨ ਵੀ ਤੂੰ ਚਿੱਤ ਵਿੱਚ ਸਾਂ, ਉਦਨ ਵੀ ਤੇਰੀ ਧੁਨੀ ਸੀ ਮੇਰੇ ਕੋਲ। ਮਹਾਰਾਜ ਅੱਜ ਕੁਝ ਨਹੀਂ ਰਹਿ ਗਿਆ। ਮਾਛੀਵਾੜੇ ਦੇ ਜੰਗਲ ਵਿੱਚ ਟਿੰਡ ਦਾ ਸੁਰਾਣਾ, ਰੋੜਾਂ ਦਾ ਵਿਛਾਉਣਾ ਹੈ, ਉੱਪਰ ਕੋਈ ਕੱਪੜਾ ਨਹੀਂ, ਸਿਆਲ ਦੀ ਰੁੱਤ ਆ, ਮਾਲਕਾ ਕੁਝ ਵਿਛਾਉਣਾ ਨਹੀਂ। ਤੇ ਮਹਾਰਾਜ ਅੱਜ ਵੀ ਤੂੰ ਚੇਤੇ ਆਉਣਾ ਹੈ, ਤੇਰਾ ਨਾਮ ਭੁੱਲ ਕੇ, ਤੈਨੂੰ ਭੁੱਲ ਕੇ, ਜਿਹੜਾ ਰਜ਼ਾਈਆਂ ਦੇ ਨਿੱਘ ਮਨ ਨੇ, ਮਖਮਲੀ ਗੱਦਿਆਂ ਤੇ ਬਹਿਣਾ। ਮਹਾਰਾਜ ਇਹ ਰੋਗ ਹੈ ਔਰ ਇਹ ਸੋਗ ਨੇ, ਇਹਨਾਂ ਦੇ ਨਾਲ ਨਹੀਂ। ਮਹਾਰਾਜ ਕਹਿੰਦੇ ਉਹ ਮਿੱਤਰ ਮਿੱਤਰਾਈ ਨਿਭਾਉਂਦਾ ਹੈ, ਤੇ ਆਪਣੇ ਪਿਆਰੇ ਦੀ ਕਦੇ ਉਹ ਪਿੱਠ ਨਹੀਂ ਲੱਗਣ ਦਿੰਦਾ। ਰਸਤੇ ਕਠਨ ਹੁੰਦੇ ਨੇ, ਤੇ ਕਠਨ ਰਸਤਿਆਂ ਵਿੱਚੋਂ ਨਾਲ ਖਲੋ ਕੇ ਮੰਜ਼ਿਲ ਤੇ ਪਹੁੰਚਦਿਆਂ ਫਿਰ ਸਿਖਰ ਤੇ ਝੰਡਾ ਝੁਲਾ ਦਿੰਦਾ ਹੈ। ਔਰ ਕਠਨ ਰਸਤੇ, ਕਠਿਨਾਈਆਂ, ਉਹਨਾਂ ਨੂੰ ਕੱਟ ਕੇ ਸਿਖਰ ਤੇ ਤੁਜ਼ਾਰ ਰੱਬ ਦੇ ਮਿੱਤਰ ਦੀ ਹੀ ਝੂਲਦੀ ਏ, ਜਿਹੜਾ ਰੱਬ ਵੱਲ ਨੂੰ ਤੁਰਦਾ ਹੈ। ਮਹਾਰਾਜ ਕਹਿੰਦੇ ਸੋ ਜਨ ਕਟੰਬ ਸਖਾ ਭਾਈ ਚਾਹੇ ਸੂਤ ਕੋ,
ਕਹਿੰਦੇ ਜਿੰਨੇ ਸ੍ਰੇਸ਼ਟ ਵਿਚਾਰਧਾਰਾ ਵਾਲੇ ਔਰ ਕੁਟੰਬੀ ਪਰਿਵਾਰੀ ਸਖਾ ਹੋਰ ਨਾਲ ਜਨਮ ਦੇ ਬਚਪਨ ਦੇ ਮਿੱਤਰ ਆਦ ਭਾਏ ਪ੍ਰੇਮੀ ਸਨੇਹ ਕਰਨ ਵਾਲੇ ਬੜੇ ਚਾਅ ਦੇ ਨਾਲ ਉਤਸ਼ਾਹ ਦੇ ਨਾਲ ਔਰ ਕਹਿਣ ਲੱਗੇ ਐਂ ਆ ਇੱਕ ਸੂਤ ਵਿੱਚ ਪਰੋਤੇ ਹੋਏ ਮਣਕੇ ਨੇ, ਜਿਵੇਂ ਇੱਕੋ ਵਿਚਾਰਧਾਰਾ ਵਿਉਂਤ ਇੱਕੋ ਆ। ਉਹ ਸਾਰੇ ਇੰਨੇ ਰਿਸ਼ਤੇ ਜਿੰਨੇ ਆ ਨਾ ਇਸ ਸੰਸਾਰ ਦੇ, ਗੁਰਸਿੱਖ ਪਿਆਰਾ ਕਈਆਂ ਦੀ ਵਿਚਾਰਧਾਰਾ ਸੁਣਨ ਨੂੰ ਮਿਲਦੀ ਆ। ਉਹ ਕਹਿਣਗੇ ਨਹੀਂ ਜੀ ਨਹੀਂ ਗਿਆਨੀ ਜੀ ਇਹਨਾਂ ਨਾਲ ਰਲ ਕੇ ਬਹਿਣ ਦਾ ਕੀ ਫਾਇਦਾ, ਇਹ ਤਾਂ ਫਿਰ ਐਂ ਦੁੱਕੀ ਤਿੱਕੀ ਸਮਝਣਗੇ ਵੀ ਜਿਹੜਾ ਰੱਬ ਦੇ ਘਰ ਵੱਲ ਨੂੰ। ਤੇ ਮੈਂ ਕਿਹਾ ਫਿਰ ਅੰਮ੍ਰਿਤ ਕਾਹਦੇ ਲਈ, ਇਹ ਪ੍ਰਚਾਰ ਕਾਹਦੇ ਲਈ? ਜੇ ਤੁਸੀਂ ਇਹਨਾਂ ਨੂੰ ਵਾਖੀ ਹੋ ਕੇ ਰਹਿਣਾ ਹੈ ਤੇ ਮੈਂ ਇੱਥੋਂ ਤੱਕ ਮੈਨੂੰ ਕਹਿਤਾ, ਮੈਂ ਕਿਹਾ ਵੀ ਗੁਰਮੁਖਾ ਫਿਰ ਐਂ ਕਰ, ਕਿਤੇ ਛਪਰੀ ਪਾਲਾ ਘਰ 'ਚ ਤਾਂ ਫਿਰ ਤੇਰੀ ਸਮਾਈ ਨਹੀਂ ਹੋਣੀ, ਕਿਤੇ ਜਾ ਕਿਤੇ ਹੋਰ ਚਲਿਆ ਜਾ। ਫਿਰ ਜੇ ਤੇਰੀ ਇਹੀ ਵਿਚਾਰਧਾਰਾ ਹੈ, ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨਹੀਂ ਕਿ ਪਰਿਵਾਰ ਛੱਡੋ, ਸੰਸਾਰ ਛੱਡੋ, ਕਾਰੋਬਾਰ ਛੱਡੋ ਫਿਰ ਰੱਬ ਮਿਲੇਗਾ, ਨਹੀਂ। ਉਹ ਗੁਰਸਿੱਖ ਪਿਆਰਾ ਭਾਈ ਗੁਰਦਾਸ ਸਾਹਿਬ ਕਹਿੰਦੇ ਮਿੱਤਰਾਂ ਦੇ, ਪੁੱਤਰਾਂ ਦੇ, ਸੰਬੰਧੀਆਂ ਦੇ, ਕੁਟੰਬੀਆਂ ਦੇ, ਕਾਰੋਬਾਰ ਦੇ, ਪਰਿਵਾਰ ਦੇ ਵਿੱਚ ਰਹਿ ਕੇ ਉਹਨਾਂ ਨਾਲ ਉਸ ਤਰ੍ਹਾਂ ਵਿਚਰਦਾ ਹੈ, ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਹੈ। ਤੇ ਨਿਰੰਕਾਰ ਦੇ ਵਿਚਾਰਕ ਜਦੋਂ ਆ ਜਾਂਦੇ ਨੇ ਫਿਰ ਨਿਰੰਕਾਰ ਦੀਆਂ ਵਿਚਾਰਾਂ ਕਰਦਾ ਹੈ ਔਰ ਉਹਨਾਂ ਦੇ ਨਾਲ ਉਸੇ ਤਰ੍ਹਾਂ ਵਿਚਰਦਾ ਹੈ। ਸੰਸਾਰ ਵਿੱਚ ਉਹਨਾਂ ਨੂੰ ਪਿੱਛੇ ਹਟਾਉਂਦਾ ਨਹੀਂ ਕਿ ਤੁਹਾਨੂੰ ਕੁਝ ਨਹੀਂ ਪਤਾ ਜੇ ਮੈਨੂੰ ਸਾਰਾ ਪਤਾ ਹੈ। ਕਹਿੰਦੇ ਇਹ ਹਉਮੈ ਹੋਵੇਗੀ, ਤੇ ਹਉਮੈ ਜਿੱਥੇ ਆ ਜਾਵੇ ਉੱਥੇ ਨਾਮ ਨਹੀਂ ਟਿਕਦਾ। ਔਰ ਹਉਮੈ ਹੀ ਰੋਗ ਹੈ ਤੇ ਹਉਮੈ ਹੀ ਵਿਰੋਧ ਹੈ, ਨਾਮ ਨਹੀਂ ਟਿਕਦਾ ਕਿਉਂਕਿ ਅੰਦਰ ਰੋਗੀ ਹੋ ਗਿਆ ਹੈ। ਕਹਿੰਦੇ ਇੱਕ ਸੂਤ 'ਚ ਪਰੋਤੇ ਨੇ, ਉਹਨਾਂ ਨੂੰ ਪਛਾੜਦਾ ਨਹੀਂ। ਭਾਈ ਸਾਹਿਬ ਕਹਿੰਦੇ ਲੋਗਨ ਮੈਂ ਲੋਗਾਚਾਰ, ਬੇਦਨ ਮੈਂ ਬੇਦਾਕਾਰ। ਭਾਈ ਗੁਰਦਾਸ ਸਾਹਿਬ ਕਹਿੰਦੇ ਲੋਕਾਈ ਦੇ ਅੰਦਰ ਲੋਕਾਂ ਦੀ ਤਰ੍ਹਾਂ ਵਿਚਰਦਾ ਹੈ। ਬ੍ਰਹਮ ਗਿਆਨੀ ਦੇ ਵੀ 2 ਬਾਹਾਂ, ਹੱਥ, 10 ਉਂਗਲਾਂ ਹੀ ਹੁੰਦੀਆਂ, 2 ਹੀ ਅੱਖਾਂ ਹੁੰਦੀਆਂ, 2 ਕੰਨ ਹੁੰਦੇ ਨੇ। ਇਹ ਨਹੀਂ ਕਿ ਉਹਦੇ ਕੋਈ ਵੱਖਰਾਪਨ ਹੋ ਗਿਆ ਹੈ। ਉਹ ਸਰੀਰਕ ਕਿਰਿਆਵਾਂ ਵੀ ਉਸੇ ਤਰ੍ਹਾਂ ਕਰਦਾ ਹੈ। ਬਾਹਰੀ ਤੌਰ ਤੇ ਭੋਜਨ ਵੀ ਉਵੇਂ ਹੀ ਛਕਦਾ, ਜਿਵੇਂ ਆਪਾਂ ਨਹਾਉਣੇ ਉਵੇਂ ਹੀ ਉਹ ਨਹਾਉਂਦਾ ਹੈ। ਉਹਨੂੰ ਵੀ ਨੀਂਦ ਆਉਂਦੀ ਹੈ, ਤਾਪ ਉਹਨੂੰ ਵੀ ਚੜ੍ਹਦਾ ਹੈ ਔਰ ਫੋੜਾ ਉਹਦੇ ਵੀ ਨਿਕਲਦਾ ਹੈ, ਆਪਣੇ ਵੀ ਨਿਕਲਦਾ ਹੈ। ਔਰ ਇਹ ਨਹੀਂ ਵੇਖ ਕੇ ਕਹਿ ਦੇਣਾ ਚਾਹੀਦਾ ਵੀ ਇਹਦੇ ਤਾਂ ਆ ਹੋ ਗਿਆ, ਨਹੀਂ ਗੁਰਮੁਖੋ। ਬਾਹਰੀ ਕਿਰਿਆਵਾਂ ਉਵੇਂ ਹੀ ਚੱਲਦੀਆਂ ਨੇ। ਬਾਹਰੀ ਕਿਰਿਆਵਾਂ, ਜੇ ਬਾਹਰੀ ਕਿਰਿਆਵਾਂ ਵਿੱਚ ਉਹ ਆਪਣੇ ਆਪ ਤੇ ਦਿਖਾਵਾ ਕਰਨ ਲੱਗ ਜਾਣ ਫਿਰ ਦੁਨੀਆ ਵਿੱਚ ਤੇ ਉਹਨਾਂ ਬਖਸ਼ੀਆਂ ਹੋਈਆਂ ਆਤਮਾਵਾਂ ਦੇ ਅੰਦਰ ਕੋਈ ਫਰਕ ਨਹੀਂ ਰਹਿ ਜਾਂਦਾ। ਉਹ ਲੋਕਾਈ ਵਿੱਚ ਲੋਕਾਂ ਤਰ੍ਹਾਂ ਤੇ ਵੇਦਕਾਰ, ਗ੍ਰੰਥਕਾਰ, ਵਿਚਾਰਵਾਨ, ਗਿਆਨਵਾਨਾਂ ਵਿੱਚ ਗਿਆਨਵਾਨਾਂ ਦੀ ਤਰ੍ਹਾਂ ਵਿਚਰਦਾ ਹੈ। ਇਹ ਨਹੀਂ ਕਿ ਉਹਨੇ ਹਲਦੇ ਮੁੱਠੇ ਤੇ ਹੱਥੇ ਤੇ ਉਹਨੂੰ ਵਿਚਾਰ ਨਹੀਂ ਆਉਂਦੀ। ਸਾਡੇ ਗੁਰੂ ਨੇ ਦੋਨੇ ਪੱਖ ਸਾਨੂੰ ਦਿੱਤੇ ਨੇ। ਕਦੇ 18 ਸਾਲ ਕਰਤਾਰਪੁਰੇ ਪਹਿਲਾਂ ਖੇਤੀ ਕਰਦੇ ਨੇ ਤੇ ਜਦੋਂ ਕੋਈ ਆਉਂਦੇ ਬੈਠ ਕੇ ਵਿਚਾਰ ਕਰਦੇ ਨੇ। ਸਾਨੂੰ ਇਹ ਦੋਨੇ ਪੱਖ ਹੀ ਦਿੱਤੇ ਨੇ। ਇਹ ਨਹੀਂ ਕਿ ਉਹਦਾ ਤਿਆਗ ਤੇ ਇਹਨੂੰ ਪਕੜ ਲੈਣਾ। ਦੋਨੇ ਪੱਖਾਂ ਵਿੱਚ ਪਰਿਪੂਰਨ ਰਹਿਣਾ ਹੈ। ਕਹਿਣ ਲੱਗੇ ਰੱਬ ਦਾ ਪਿਆਰਾ ਐਸਾ ਹੈ, ਗਿਆਨ ਗੁਰ ਏਕ ਓੰਕਾਰ। ਉਹਦੇ ਕੋਲ ਗਿਆਨ ਹੈ ਔਰ ਅੰਦਰ ਗੁਰੂ ਚੇਤਨ ਸਰੂਪ ਨੂੰ ਚਿਤਵਦਾ, ਉਹਦਾ ਚਿੰਤਨ ਕਰਦਾ ਹੈ। ਅਗਿਆਨ ਜਿਹੜਾ ਹੈ ਉਹਨੂੰ ਨਸ਼ਟ ਕਰਕੇ ਰੂਹ ਹਿਰਦੇ ਵਿੱਚ ਪ੍ਰਕਾਸ਼ਿਤ ਹੋ ਜਾਂਦਾ ਹੈ। ਉਹ ਪ੍ਰਕਾਸ਼ ਕਿਹਦਾ? ਏਕ ਓੰਕਾਰ, ਇੱਕ ਅਕਾਲ ਪੁਰਖ ਵਾਹਿਗੁਰੂ ਦਾ ਅੰਦਰੋਂ ਜੁੜਿਆ, ਉਹਦੇ ਨਾਲ ਜੋੜਦਾ ਹੈ ਔਰ ਹੋਰ ਪਾਸੇ ਨਹੀਂ। ਭਾਈ ਗੁਰਦਾਸ ਸਾਹਿਬ ਕਹਿੰਦੇ ਅਵਧੂਤ ਅਵਧੂਤ ਕੋ, ਇੱਕ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ। ਔਰ ਉਹ ਅਵਧੂਤ ਅਵਧੂਤ ਕੋ, ਗਿਆਨਵਾਨ ਨਾਲ ਗਿਆਨਵਾਨ ਹੈ, ਬਰਕਤਾਂ ਦੇ ਨਾਲ ਬਰਕਤ ਹੈ ਔਰ ਸ਼ੁੱਧ ਆਤਮਾ ਦੇ ਨਾਲ ਆਤਮ ਸਰੂਪ ਦੇ ਵਿਚਾਰ, ਆਤਮਿਕ ਮੰਡਲ ਦੇ ਵਿਚਾਰਧਾਰਾ ਚੱਲਦੀ ਏ। ਭਾਈ ਸਾਹਿਬ ਕਹਿੰਦੇ ਬਿਰਲੋ ਬੱਬੇ ਕੀ ਜਨ ਪਰ ਉਪਕਾਰ ਹੇਤ। ਕਹਿੰਦੇ ਐਸੇ ਬਿਰਲੇ ਗਿਆਨ ਵਿਚਾਰੀ ਨੇ, ਗਿਆਨਕਾਰ ਨੇ, ਗਿਆਨ ਨੂੰ ਹਾਸਲ ਕਰਨ ਵਾਲੇ ਨੇ। ਤੇ ਉਹ ਕੇਵਲ ਐਸੇ ਜਨ ਜਿਹੜੇ ਆ ਨਾ, ਉਹਨਾਂ ਵਿੱਚ ਹਉਮੈ ਹੰਕਾਰ ਨਹੀਂ। ਉਹ ਪਰ ਉਪਕਾਰ ਹੇਤ, ਜੇ ਸੰਸਾਰ ਵਿੱਚ ਵਿਚਰਦੇ ਆ ਨਾ, ਉਹ ਪਰ ਉਪਕਾਰ ਵਾਸਤੇ ਆ। ਉਹਨੂੰ ਮਹਾਰਾਜ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਚਨ ਵੀ ਕੀਤੇ। ਕਹਿਣ ਲੱਗੇ ਜਨ ਪਰ ਉਪਕਾਰੀ ਆਏ, ਜੀ ਦਾਨ ਦੀ ਭਗਤੀ ਲਾਇਨ
ਅਰਸ਼ੋਂ ਲੈਣ ਮਲਾਏ। ਇਹ ਵੀ ਕਿਹਾ ਉਹ ਜੰਮਣ ਮਰਨ ਵਿੱਚ ਨਹੀਂ, ਉਹ ਕੇਵਲ ਪਰ ਉਪਕਾਰ ਪਰਾਇਆਂ ਨੂੰ ਤਾਰਨ ਵਾਸਤੇ ਆਉਂਦੇ ਨੇ ਤੇ ਆਪਣੀ ਈਸ਼ਵਰ ਵੱਲੋਂ ਲੱਗੀ ਹੋਈ ਡਿਊਟੀ ਅਨੁਸਾਰ ਵਾਪਸ ਮੁੜ ਜਾਂਦੇ ਨੇ। ਉਹ ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਉਹ ਪਰ ਉਪਕਾਰ ਵਾਸਤੇ ਨੇ। ਐਸੇ ਰੱਬ ਦੇ ਪਿਆਰੇ ਮਿਲਤ ਸਲਲ ਗਤ ਸਰ ਬੰਗ ਭੂਤ ਕੋ। ਕਹਿਣ ਲੱਗੇ ਜਿਸ ਤਰ੍ਹਾਂ ਸਲਲ ਦਾ ਅਰਥ ਹੁੰਦਾ ਹੈ ਪਾਣੀ, ਔਰ ਉਹ ਪਾਣੀ ਜਿਵੇਂ ਪਾਣੀ ਵਿੱਚ ਮਿਲ ਜਾਏ ਤੇ ਉਹਦਾ ਕੋਈ ਨਹੀਂ ਰਹਿ ਜਾਂਦਾ, ਵੱਖ ਕੋਈ ਨਹੀਂ ਕਰ ਸਕਦਾ। ਉਹ ਗੁਰਸਿੱਖ ਕਰਨੀ ਵਾਲੀ ਸ਼ੁੱਧ ਆਤਮਾ, ਪੁੰਨ ਆਤਮਾ, ਪਰਮਾਤਮਾ ਵਿੱਚ ਮਿਲਿਆ ਹੋਇਆ, ਉਹਨਾਂ ਨੂੰ ਕੋਈ ਵੱਖ ਨਹੀਂ ਕਰ ਸਕਦਾ, ਨਾ ਦੱਸ ਸਕਦਾ ਕਿ ਪਰਮਾਤਮਾ ਕਿਹੜਾ ਹੈ ਤੇ ਜਿਹੜਾ ਜੀਵਾਤਮਾ ਹੈ ਉਹ ਕਿਹੜਾ ਹੈ। ਇੱਕ ਰੂਪ ਹੋ ਜਾਂਦੇ, ਐਸੀ ਉਹਨਾਂ ਦੀ ਹਾਲਤ ਹੈ। ਔਰ ਸਰਬੰਗ ਭੂਤ ਕਹਿਣ ਲੱਗੀ ਉਹ ਸਾਰਿਆਂ ਦੇ ਵਿੱਚ ਮਿਲੇ ਹੋਏ ਇੱਕ ਰੂਪ ਨੇ, ਜਿਵੇਂ ਪਰਮਾਤਮਾ ਸਰਬ ਵਿਆਪਕ ਹੈ। ਇਹ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ ਕਿ ਭਾਈ ਸੰਸਾਰ ਵਿੱਚ ਰਹਿੰਦੇ ਆ ਨਿਰੰਕਾਰ ਨਾਲ ਜੁੜਨਾ ਹੈ, ਔਰ ਸੰਸਾਰ ਵਿੱਚ ਜੁੜ ਕੇ ਸੰਸਾਰ ਵਿੱਚ ਵਿਚਰਨਾ ਹੈ ਤੇ ਹੋਰਨਾਂ ਨੂੰ ਜੋੜਨ ਦਾ ਯਤਨ ਕਰਨਾ ਹੈ। ਆਪਣੇ ਅੰਦਰੋਂ ਅਪਨਤ ਨੂੰ ਮਿਟਾ ਕੇ ਬਾਹਰੋਂ ਬਾਣਾ ਅੰਦਰ ਬਾਣੀ ਨੂੰ ਵਸਾ ਕੇ ਫਿਰ ਗੁਰੂ ਵਾਲੇ ਬਣ ਕੇ ਗੁਰੂ ਦੇ ਮਾਰਗ ਤੇ ਮੰਜ਼ਲ ਤੇ ਅਸੀਂ ਪਹੁੰਚਾਂਗੇ। ਸਾਡਾ ਆਇਆ ਸਫਲਾ ਬੇਅੰਤ ਭੁੱਲਾਂ ਦੀ ਖਿਮਾ ਕਰਨੀ। ਸਤਿਗੁਰੂ ਗਰੀਬ ਨਿਵਾਜ ਦਾਤਾਰ ਪ੍ਰਭੂ ਜੀ ਦੇ ਗੁਰਮਤਿ ਦੇ ਗਿਆਨ ਦੇ ਬਚਨ ਜਾਨ ਹਿਰਦਿਆਂ ਅੰਦਰ ਵਸਾਵਨੇ। ਦਾਸ ਤੋਂ ਵਿਚਾਰਾਂ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ। ਸਤਿਗੁਰੂ ਕੀ ਸੰਗਤ ਸਤਿਗੁਰੂ ਬਖਸ਼ਣ ਜੋਗ ਅੱਗੇ ਤੋਂ ਸਰੇਟ ਮਤ ਬੁੱਧੀ ਬਖਸ਼ ਕਰਨੀ, ਜੋ ਪੜ ਪੜਾ ਕੇ ਗੁਰੂ ਦੇ ਵਿਚਾਰ ਗੁਰਮਤਿ ਦੀ ਵਿਚਾਰ ਆਪ ਸੰਗਤ ਦੇ ਸਮਕਸ਼ ਰੱਖ ਸਕੀਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ